मैं मनप्रीत सिंह बादल ईश्वर ਦੀ ਸਹੁੰ ਚੁੱਕਦਾ ਹਾਂ ਕਿ मैं कानून द्वारा स्थापित ਭਾਰਤ ਦੇ ਸੰਵਿਧਾਨ ਦੇ ਪ੍ਰਤੀ सच्ची श्रद्धा ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤੀ ਕਵਿਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗੀ। ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸੂਝ ਅੰਧਕਾਰ ਨਾਲ ਨਿਭਾਵਾਂਗਾ ਅਤੇ ਮੈਂ ਭੈ ਅਤੇ ਪੱਖਪਾਤ ਸਨੇਹ ਜਾਂ ਦੁਰਭਾਵਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਵਿਸਥਾਰਤਾ ਵਿੱਚ ਨਿਆਂ ਕਰਾਂਗਾ। ਸਿਆਸੀ ਸਰਗਰਮੀ ਤੇ ਕਾਫੀ ਜੱਦੋਜਹਿਦ ਦੇ ਬਾਅਦ ਆਖਰਕਾਰ ਪੰਜਾਬ ਦੇ ਵਿੱਚ ਨਵੇਂ ਕਪਤਾਨ ਦੀ ਨਵੀਂ ਟੀਮ ਦਾ ਗਠਨ ਹੋ ਗਿਆ। ਚੰਡੀਗੜ੍ਹ 'ਚ ਟੀਮ ਚੰਨੀ ਦੀ ਤਾਜਪੋਸ਼ੀ ਹੋਈ। ਰਾਜ ਭਵਨ ਦੇ ਵਿੱਚ 15 ਮੰਤਰੀਆਂ ਨੇ ਕੈਬਨਿਟ ਅਹੁਦੇ ਵਜੋਂ ਸਹੁੰ ਚੁੱਕੀ। ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਮੇਰੇ ਵਿਚਾਰ ਅਧੀਨ ਲਿਆਂਦਾ ਜਾਵੇਗਾ। ਮੰਤਰੀਆਂ ਦੀ ਫਾਈਨਲ ਲਿਸਟ ਦੇ ਵਿੱਚ ਜਿਨ੍ਹਾਂ ਨਾਵਾਂ ਤੇ ਮੋਹਰ ਲੱਗੀ ਉਹਨਾਂ ਦੇ ਵਿੱਚ 8 ਕੈਪਟਨ ਸਰਕਾਰ ਦੇ ਸਮੇਂ ਕੈਬਨਿਟ ਦੇ ਵਿੱਚ ਸਨ ਜਿਨ੍ਹਾਂ ਦੀ ਵਾਪਸੀ ਹੋਈ ਹੈ। ਹਾਲਾਂਕਿ ਕੈਪਟਨ ਦੇ ਕਰੀਬੀ 6 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। अच्छी है नई कैबिनेट और हाईकमान ने बड़ा ठीक से फैसला करके एक बैलेंस व्यू लिया है। ਸਿਰਫ 90 ਦਿਨ ਨੇ 90 ਦਿਨਾਂ 'ਚ ਤੁਹਾਨੂੰ ਲੱਗ ਰਿਹਾ ਕਿ ਜਿਹੜੇ ਕਈ ਸਾਰੇ ਵਾਅਦੇ ਕੀਤੇ ਗਏ ਸੀਗੇ ਉਹ ਪੂਰੇ देखो ਹੋਣਗੇ। ये सारा कुछ ठीक होएगा। ऐसी कोई कंफ्यूजन वाली किसी ਜਿੱਦਾਂ ਜੀ ਇੱਕ बहुत बड़ी बैलेंस्ड और यूथ ब्लड नाल भरी हुई कैबिनेट है। मेरा ख्याल अच्छा परफॉर्म करेगी क्योंकि टाइम थोड़ा है और ਉਹਦੇ ਚ ਸਪ੍ਰਿੰਟ ਨਾਲ ਹੀ ਕੰਮ ਕਰਨਾ ਪੈਣਾ। ਇਸ ਲਈ ਇਹ ਜਿਹੜੀ ਯੂਥ ਦੀ ਟੀਮ ਆਈ ਹੈ ਅੱਛਾ ਪਰਫਾਰਮ ਕਰਕੇ ਸਿਰਫ 90 ਦਿਨ ਨੇ 90 ਦਿਨਾਂ 'ਚ ਲੱਗ ਰਿਹਾ ਕਿ ਜਿਹੜੇ ਬਹੁਤ ਸਾਰੇ ਵਾਅਦੇ ਰਹਿ ਗਏ ਸੀਗੇ ਕੋਸ਼ਿਸ਼ ਹੋਏਗੀ। ਚੰਨੀ ਮੰਤਰੀ ਮੰਡਲ ਦੇ ਵਿੱਚ 6 ਵਿਧਾਇਕ ਅਜਿਹੇ ਨੇ ਜੋ ਪਹਿਲੀ ਵਾਰ ਮੰਤਰੀ ਬਣੇ ਨੇ। ਤੁਸੀਂ ਮੰਤਰਾਲੇ ਦਾ ਜਦੋਂ ਓਥ ਲੈ ਰਹੇ ਸੀਗੇ ਬਾਬਾ ਸਾਹਿਬ ਅੰਬੇਦਕਰ ਦਾ ਵੀ ਜ਼ਿਕਰ ਕੀਤਾ। ਉਸ ਦੇ ਦੌਰਾਨ ਕੀ ਇਹ ਹੋ ਸਕਦਾ ਹੈ ਕਿ ਬਾਬਾ ਸਾਹਿਬ ਦਾ ਵੀ ਨਾਮ ਲਿੱਤਾ ਜਾਵੇ? ਥੋੜਾ ਜਿਹਾ ਇਹ ਕਲੀਅਰ ਕਰ ਦਿੰਦੇ ਜਾਂ नहीं कैसे? यार मैं की क्या यार देखो गल सुनो मैं की क्या मैं क्या कि मैं ईश्वर ਦੀ ਸਹੁੰ ਖਾਂਦਾ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਵੱਲੋਂ ਬਣਾਏ ਤੇ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ। ਆ ਕਿੱਥੇ ਪਰੇਸ਼ਾਨੀ ਆ ਗਈ ਵੀ ਕਿਸੇ ਨੂੰ? ਨਵੇਂ ਮੁੱਖ ਮੰਤਰੀ ਤੇ ਪੁਰਾਣੇ ਮੁੱਖ ਮੰਤਰੀ 'ਚ ਫਰਕ ਕੀ ਨਜ਼ਰ ਆ ਰਿਹਾ ਹੈ ਕਿ ਇਹ ਫਰਕ ਹੈ ਦੋਹਾਂ ਦੇ ਵਿੱਚ? देखो कैप्टन अमरिंदर सिंह जी भी बड़े तजर्बेकार 2 बार मुख्य मंत्री रहे ने और ਉਹਨਾਂ ਦਾ ਅਲੱਗਾ ਐਕਸਪੀਰੀਅੰਸ ਹੈ ਔਰ ਚਰਨਜੀਤ ਸਿੰਘ ਚੰਨੀ ਜ਼ਮੀਨ ਨਾਲ ਜੁੜੇ ਹੋਏ ਨੇਤਾ ਨੇ ਔਰ ਹੇਠਲੇ ਪੱਧਰ ਤੇ ਉਹ ਲੋਕਾਂ ਦੀ ਜਾਣਕਾਰੀ ਰੱਖਦੇ ਨੇ। ਤੋ ਇਸ ਕਰਕੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਗ੍ਰਾਸ ਰੂਟ ਲੈਵਲ ਦਾ ਗਰਾਊਂਡ ਲੈਵਲ ਦਾ ਪਤਾ। ਤੋ ਇਸ ਕਰਕੇ ਜਦੋਂ ਇਹੋ ਜਿਹੇ ਲੋਕ ਐਡੇ ਵੱਡੇ ਅਹੁਦਿਆਂ ਤੇ ਬੈਠਦੇ ਨੇ ਤਾਂ ਜ਼ਰੂਰ ਉਹਦੇ ਨਾਲ ਲੋਕਾਂ ਨੂੰ ਇਨਸਾਫ ਮਿਲਦਾ। ਹਾਲਾਂਕਿ ਸਹੁੰ ਚੁੱਕਣ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਦਾ ਕੁਝ ਵਿਧਾਇਕਾਂ ਨੇ ਵਿਰੋਧ ਕੀਤਾ। ਬਾਵਜੂਦ ਇਸ ਦੇ ਰਾਣਾ ਗੁਰਜੀਤ ਸਿੰਘ ਕੈਬਨਿਟ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਸਫਲ ਰਹੇ। ਸਵੇਰ ਤੋਂ ਹੀ ਚਰਚਾਵਾਂ ਸੀ ਕਿ ਰਾਣਾ ਗੁਰਜੀਤ ਦਾ ਨੰਬਰ ਕੱਟਿਆ ਜਾ ਸਕਦਾ ਹੈ ਤਾਂ ਰਾਣਾ ਗੁਰਜੀਤ ਦੇ ਜ਼ਿਹਨ 'ਚ ਕੀ ਚੱਲ ਰਿਹਾ ਸੀ ਔਰ ਸਹੁੰ ਚੱਕਦੇ ਹੀ ਗੁਰੂ ਦੇ ਦਰ ਤੇ ਪਹੁੰਚਿਓ। ਦੇਖੋ ਰੱਬ ਨਾਲੋਂ ਗੁਰੂ ਨਾਲੋਂ ਕੋਈ ਵੱਡਾ ਨਹੀਂ ਤੇ ਹਾਈ ਕਮਾਂਡ ਨਾਲੋਂ ਵੀ ਕੋਈ ਵੱਡਾ ਨਹੀਂ। ਇਹ ਜਿਹੜੇ ਨਾਮ ਮੰਤਰੀ ਬਣਨ ਦੇ ਜਿਹਦਾ ਵੀ ਨਾਂ ਆਉਂਦਾ ਤੇ ਉਹ ਹਾਈ ਕਮਾਂਡ ਤੋਂ ਬੜੀ ਵੱਡੀ ਇੱਕ ਐਕਸਰਸਾਈਜ਼ ਹੁੰਦੀ ਆ। ਉਹਦੇ ਥਰੂ ਇਹ ਹਾਈ ਕਮਾਂਡ ਸਿਲੈਕਟ ਕਰਦੀ ਆ। CLP ਦੀ ਮੀਟਿੰਗ ਕਾਂਗਰਸ ਭਵਨ ਦੇ ਵਿੱਚ ਕੀਤੀ ਗਈ। ਉਦੋਂ ਸਾਰਾ ਕੁਝ ਸੋਨੀਆ ਜੀ ਤੇ ਛੱਡ ਦਿੱਤਾ ਸੀ ਤੇ ਉਹਨਾਂ ਦਾ ਫੈਸਲਾ ਸਾਨੂੰ ਸਭ ਨੂੰ ਮਨਜ਼ੂਰ ਹੋਏਗਾ। ਹੁਣ ਮੈਨੂੰ ਨਹੀਂ ਸਮਝ ਆਈ ਕੁਝ ਸਾਥੀਆਂ ਨੂੰ ਸ਼ਾਇਦ ਉਹਨਾਂ ਦਾ ਫੈਸਲਾ ਮਨਜ਼ੂਰ ਨਾ ਆਇਆ ਹੋਵੇ। ਪੰਜਾਬ ਸਰਕਾਰ 'ਚ 15 ਮੰਤਰੀਆਂ ਨੇ ਸਹੁੰ ਚੁੱਕੀ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਤੇ OP ਸੋਨੀ ਪਹਿਲਾਂ ਹੀ ਸਹੁੰ ਚੁੱਕ ਚੁੱਕੇ ਨੇ। ਮੰਤਰੀ ਬਣਨ ਦੇ ਬਾਅਦ ਸਮਰਥਕਾਂ ਦੇ ਵਿੱਚ ਜਸ਼ਨ ਦਾ ਮਾਹੌਲ ਹੈ। ਢੋਲ ਨਗਾੜਿਆਂ ਦੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਪਰ ਟੀਮ ਚੰਨੀ ਦੇ ਸਾਹਮਣੇ ਚੁਣੌਤੀਆਂ ਵੀ ਘੱਟ ਨਹੀਂ ਨੇ। ਉਧਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਜਿਹੜੇ ਵਿਧਾਇਕਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੀਤਾ ਗਿਆ ਉਹਨਾਂ ਨੂੰ ਕਿਸੇ ਹੋਰ ਪਾਸੇ ਐਡਜਸਟ ਕੀਤਾ जाएगा। जो लोग मंत्रिमंडल में स्थान नहीं पा पाए हैं उनको पार्टी में और सरकार के सेटअप में, क्योंकि बहुत सारे काम होते हैं, उनको बहुत सारी जिम्मेदारियां सौंपी जाएगी। किसी को छोड़ा नहीं गया है, लेकिन नए लोगों को सम्मिलित करने के लिए 7 नए लोगों को सम्मिलित करने के लिए और एक सामाजिक बैलेंस, क्षेत्रीय बैलेंस पैदा करने के लिए जो है ये सारी एक्सरसाइज हुई है।
तो इसलिए किसी को पार्टी ने छोड़ा नहीं है, बल्कि उनकी सेवाओं के क्षेत्र बदल जाएंगे और उनको दूसरी सेवाओं पर लगाया जाएगा और सरकार में भी लगाया जाएगा, सरकार के बाहर भी लगाया जाएगा। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਕਾਫੀ ਵਾਦ-ਵਿਵਾਦ ਤੇ ਵਿਰੋਧ ਦੇ ਬਾਅਦ ਚੰਨੀ ਕੈਬਨਿਟ ਦੀ ਲਿਸਟ ਫਾਈਨਲ ਹੋਈ। ਹਾਲਾਂਕਿ ਕੈਬਨਿਟ ਦੇ ਵਿੱਚ ਕਿਸ ਨੂੰ ਜਗ੍ਹਾ ਮਿਲੇ ਤੇ ਕਿਸ ਨੂੰ ਨਹੀਂ, ਇਸ ਤੇ ਕਾਫੀ ਮੰਥਨ ਹੋਇਆ। ਕੈਬਨਿਟ ਦੇ ਵਿੱਚ ਸ਼ਾਮਲ ਕਰਨ ਤੇ ਰਾਣਾ ਗੁਰਜੀਤ ਦੇ ਨਾਮ ਦਾ ਵਿਰੋਧ ਵੀ ਹੋਇਆ, ਪਰ ਉਹ ਕੈਬਨਿਟ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਰਹੇ। ਪਰ ਉਹਨਾਂ ਦੀ ਜਗ੍ਹਾ ਵਿਧਾਇਕ ਕੁਲਜੀਤ ਨਾਗਰਾ ਦਾ ਪੱਤਾ ਕੱਟ ਗਿਆ। ਨਿਊਜ਼ 18 ਨੇ ਸਭ ਤੋਂ ਪਹਿਲਾਂ ਸ਼ਨੀਵਾਰ ਰਾਤ 10 ਵਜੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਵਿਖਾਇਆ ਸੀ। ਸਾਡੇ ਦਰਸ਼ਕਾਂ ਨੂੰ ਲਗਾਤਾਰ ਦੱਸ ਰਹੇ ਸੀ ਕਿ ਲਿਸਟ ਫਾਈਨਲ ਹੋ ਚੁੱਕੀ ਹੈ ਔਰ ਲਿਸਟ ਅਸੀਂ ਸਭ ਦੇ ਸਾਹਮਣੇ ਵੀ ਲਿਆਂਦੀ ਔਰ ਉਹੀ ਲਿਸਟ ਜਿਹੜੀ ਗਵਰਨਰ ਦੇ ਕੋਲ ਜਾ ਚੁੱਕੀ ਹੈ। ਰਾਜ ਭਵਨ ਖੁਦ ਜਾ ਕੇ ਦੇ ਕੇ ਆਏ ਨੇ ਮੁੱਖ ਮੰਤਰੀ ਔਰ ਉਹਨਾਂ ਦੇ ਨਾਲ ਦੋਨੇ ਉਪ ਮੁੱਖ ਮੰਤਰੀ ਖੁਦ ਜਾ ਕੇ ਉਹ ਲਿਸਟ ਦੇ ਕੇ ਆਏ ਨੇ। ਬਿਲਕੁਲ ਐਕੂਰੇਟ, ਬਿਲਕੁਲ ਸਹੀ ਲਿਸਟ ਹੈ ਜਿਹੜੀ ਨਿਊਜ਼ 18 ਨੇ ਅੱਜ ਦੁਪਹਿਰ ਵੇਲੇ ਦੱਸੀ ਸੀ ਔਰ ਨਾਲ ਅਸੀਂ ਇਹ ਵੀ ਸੰਕੇਤ ਦਿੱਤਾ ਸੀ ਕਿ ਜਿਹੜੇ ਬਹੁਤੇ ਨਾਮ ਨੇ ਉਹ ਅਜੇ ਵੀ ਬੋਲਣ ਤੋਂ ਡਰ ਰਹੇ ਨੇ ਕਿ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਪੈਦਾ ਹੋਏ, ਜਿਸ ਤਰ੍ਹਾਂ ਦੀ ਤਸਵੀਰ ਪਿਛਲੇ ਦਿਨਾਂ ਦੇ ਵਿੱਚ ਬਦਲਾਅ ਹੁੰਦਾ ਦੇਖਿਆ, ਉਸ ਦੇ ਚੱਲਦਿਆਂ ਹਜੇ ਵੀ ਕੋਈ ਪਤਾ ਨਹੀਂ ਕਿ ਸਹੁੰ ਚੱਕਣ ਤੱਕ ਕੋਈ ਨਾਮ ਫਿਰ ਨਾ ਬਦਲ ਦਿੱਤਾ ਜਾਵੇ। ਤੇ ਐਤਵਾਰ ਦੁਪਹਿਰ ਹੁੰਦੇ ਹੁੰਦੇ ਨਿਊਜ਼ 18 ਦੀ ਖਬਰ ਤੇ ਮੁਹਰ ਲੱਗ ਗਈ। ਕੁਲਜੀਤ ਨਾਗਰਾ ਦਾ ਨਾਮ ਕੈਬਨਿਟ ਮੰਤਰੀਆਂ ਦੀ ਸੂਚੀ ਚੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਰਣਦੀਪ ਸਿੰਘ ਨਾਭਾ ਨੂੰ ਸ਼ਾਮਲ ਕੀਤਾ ਗਿਆ। ਕੈਬਨਿਟ ਤੋਂ ਬਾਹਰ ਹੋਣ ਤੇ ਨਾਗਰਾ ਨੇ ਕਿਹਾ ਕਿ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਉਹ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਪਹਿਲਾਂ ਹੀ ਦੇ ਚੁੱਕੇ ਸਨ, ਪਰ ਸਪੀਕਰ ਨੇ ਅਸਤੀਫਾ ਵਾਪਸ ਕਰ ਦਿੱਤਾ। ਪਰ ਉਹਨਾਂ ਨੇ ਫਿਰ ਤੋਂ ਸਪੀਕਰ ਨੂੰ ਅਸਤੀਫਾ ਭੇਜਿਆ ਤੇ ਉਹ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਨੇ। ਮੈਂ ਕੱਲ ਦੀ ਇੱਕੋ ਗੱਲ ਜਿਹੜਾ ਮੈਨੂੰ ਮਿਲਦਾ ਸੀ ਮੈਂ ਉਹਨੂੰ ਕਹਿ ਰਿਹਾ ਸੀਗਾ, ਦੇਖੋ ਬੰਦੇ ਨੂੰ ਆਪਣੇ ਲੈਵਲ ਤੇ ਵੀ ਵੇਖਣਾ ਚਾਹੀਦਾ ਆ। ਮੈਂ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ MLA-ਸ਼ਿਪ ਤੋਂ ਰਿਜ਼ਾਈਨ ਕਰ ਚੁੱਕਾ ਹਾਂ। ਜਿਹੜਾ ਬੰਦਾ ਰਿਜ਼ਾਈਨ ਕਰ ਚੁੱਕਾ ਆ ਉਹ ਹੁਣ ਮੰਤਰੀ ਬਣ ਜਾਊਗਾ। ਮੇਰਾ ਉਹ ਜਾਤੀ ਫੈਸਲਾ ਸੀ, ਮੇਰਾ ਆਪਣੇ ਪਿਓ ਦੀ ਪੱਗ ਦਾ ਫੈਸਲਾ ਸੀ ਬਚਾਉਣ ਦੀ, ਮੇਰੀ ਮਾਂ ਧਰਤੀ ਮਾਂ ਤੇ ਮੇਰੀ ਮਾਂ ਨੂੰ ਬਚਾਉਣ ਦਾ ਫੈਸਲਾ ਸੀਗਾ, ਉਹਦੇ ਵਾਸਤੇ ਮੇਰਾ ਉਹ ਸਮਰਪਣ ਸੀਗਾ। ਔਰ ਅੱਜ ਮੈਂ ਮੰਤਰੀ ਬਣ ਕੇ ਤੇ ਕਹਾਂ ਵੀ ਮੈਂ ਜੀ ਆ ਹੈਗਾ, ਇਹੋ ਜਿਹੀਆਂ ਵਜ਼ੀਰੀਆਂ, ਇਹੋ ਜਿਹੀਆਂ MLA-ਸ਼ਿਪਾਂ ਮੈਂ ਪਹਿਲਾਂ ਕਿਹਾ ਸੀਗਾ, ਜਦੋਂ ਪਹਿਲਾਂ ਵੀ ਮੇਰੀਆਂ ਵੀਡੀਓ ਹੈ, ਇਹੋ ਜਿਹੀਆਂ ਕਈ ਤਿਆਗ ਹੋ ਜਾਣਗੇ, ਕੋਈ ਇਹੋ ਜਿਹਾ ਚੱਕਰ ਨਹੀਂਗਾ। ਪਰ ਕੈਬਨਿਟ ਤੋਂ ਕੁਲਜੀਤ ਨਾਗਰਾ ਨੂੰ ਹੀ ਬਾਹਰ ਦਾ ਰਸਤਾ ਕਿਉਂ ਵਿਖਾਇਆ ਗਿਆ, ਇਹ ਵੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ। ਦਰਅਸਲ ਕੈਬਨਿਟ ਦੇ ਵਿੱਚ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਜੋ ਸੂਚੀ ਤਿਆਰ ਕੀਤੀ ਗਈ ਸੀ, ਉਹਨਾਂ ਦੇ ਵਿੱਚ ਕੁਲਜੀਤ ਨਾਗਰਾ ਤੇ ਗੁਰਕੀਰਤ ਸਿੰਘ ਕੋਟਲੀ ਦੋਵਾਂ ਦਾ ਨਾਮ ਸ਼ਾਮਲ ਸੀ। ਪਰ ਪੇਚ ਇਹ ਫਸਿਆ ਕਿ ਦੋਵੇਂ ਹੀ ਫਤਿਹਗੜ੍ਹ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ। ਅਜਿਹੇ 'ਚ ਇੱਕ ਜ਼ਿਲ੍ਹੇ ਦੇ ਵਿੱਚੋਂ 2 ਵਿਧਾਇਕਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਪਾਉਣਾ ਸ਼ਾਇਦ ਮੁਸ਼ਕਿਲ ਸੀ ਤੇ ਕਾਫੀ ਮੰਥਨ ਦੇ ਬਾਅਦ ਕੁਲਜੀਤ ਨਾਗਰਾ ਦੀ ਜਗ੍ਹਾ ਰਣਦੀਪ ਸਿੰਘ ਨਾਭਾ ਦਾ ਨਾਮ ਸ਼ਾਮਲ ਕੀਤਾ ਗਿਆ। ਚੰਡੀਗੜ੍ਹ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੱਕ ਵਿਵਾਦ ਖਤਮ ਨਹੀਂ ਹੁੰਦਾ, ਦੂਜਾ ਸ਼ੁਰੂ ਹੋ ਜਾਂਦਾ ਹੈ। ਕੈਪਟਨ ਦਾ ਕੁਰਸੀ ਨਾਲੋਂ ਕਨੈਕਸ਼ਨ ਕੀ ਕੱਟਿਆ, ਮਨੋ ਵਿਵਾਦਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ। ਹਾਲਾਂਕਿ ਵਿਵਾਦ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਸ਼ੁਰੂ ਨਹੀਂ ਹੋਇਆ, ਬਲਕਿ ਕਾਂਗਰਸ ਦਾ ਆਪਸੀ ਕਲੇਸ਼ ਕਾਫੀ ਪਹਿਲਾਂ ਤੋਂ ਚੱਲ ਰਿਹਾ ਹੈ। ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਬਾਅਦ ਕੈਪਟਨ ਦੇ ਖਿਲਾਫ ਕਈ ਵਿਧਾਇਕਾਂ ਨੇ ਮੋਰਚਾ ਖੋਲ੍ਹ ਦਿੱਤਾ, ਜਿਸ ਵਿੱਚ CM ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਸਨ। ਹਾਲਾਂਕਿ ਉਹਨਾਂ ਨੂੰ ਇਸ ਬਗਾਵਤ ਦਾ ਤੋਹਫਾ CM ਦੀ ਕੁਰਸੀ ਦੇ ਤੌਰ ਤੇ ਮਿਲਿਆ, ਪਰ ਵਿਵਾਦ ਉਦੋਂ ਵੀ ਨਹੀਂ ਰੁਕੇ ਤੇ ਵਿਵਾਦ ਹੁਣ ਵੀ ਨਹੀਂ ਰੁਕ ਰਿਹਾ। ਪੰਜਾਬ ਦੀ ਕਮਾਨ ਨਵੇਂ ਕਪਤਾਨ ਦੇ ਹੱਥ ਵਿੱਚ ਆ ਗਈ ਹੈ। ਉਹਨਾਂ ਦੀ ਨਵੀਂ ਫੌਜ ਤਿਆਰ ਹੋ ਗਈ ਹੈ। ਦਿੱਲੀ ਦਰਬਾਰ ਦੇ ਵਿੱਚ ਕਾਂਗਰਸ ਦੀਆਂ ਇੱਕ ਦੇ ਬਾਅਦ ਇੱਕ ਬੈਠਕਾਂ ਹੋਈਆਂ ਅਤੇ ਆਖਿਰਕਾਰ ਕੈਬਨਿਟ ਦੇ ਚਿਹਰੇ ਫਾਈਨਲ ਕਰ ਦਿੱਤੇ ਗਏ। ਪਰ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਇੱਕ ਹੋਰ ਵਿਵਾਦ ਖੜਾ ਹੋ ਗਿਆ ਅਤੇ ਇਸ ਵਾਰ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ ਰਾਣਾ ਗੁਰਜੀਤ ਦੇ ਖਿਲਾਫ। ਇੱਕ ਸਾਫ਼ ਪਾਰਦਰਸ਼ਤਾ ਦੇ ਨਾਲ ਚੱਲਦੀ ਹੋਈ ਸਰਕਾਰ ਦੇਣੀ ਹੈ
ਤੇ ਉਹ ਲੜਾਈ ਦੇ ਵਿੱਚ ਇੱਕ ਟੈਂਟਡ ਮਿਨਿਸਟਰ ਜਿਹਨੂੰ ਇਸ ਕਰਕੇ ਲਾਇਆ ਗਿਆ ਹੋਵੇ ਕਿ ਉਹਨੇ ਰੇਤਾ ਦੇ ਵਿੱਚ ਉਹਦਾ ਨਾਮ ਆਇਆ ਹੋਵੇ, ਉਹਦੇ ਪਰਿਵਾਰ ਦਾ ਤੇ ਖਾਸ ਕਰਕੇ ਉਹਦੇ ਕੁੱਕ ਦਾ ਨਾਮ ਆਇਆ ਹੋਵੇ, ਤੇ ਦੁਬਾਰਾ ਅਗਰ ਉਹਨਾਂ ਨੂੰ ਵਜ਼ਾਰਤ ਮਿਲਣੀ ਹੈਗੀ ਹੈ ਤੇ ਉਹ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਬੜੀ ਇਹਦੇ ਨਾਲ ਹਤਾਸ਼ਾ ਹੈਗੀ ਹੈ, ਕਿਉਂਕਿ 3-4 ਮਹੀਨਿਆਂ ਦੇ ਬਾਅਦ ਅਸੀਂ ਲੋਕਾਂ ਕੋ ਜਾਣਾ ਹੈ ਤੇ ਇਹ ਪਰਸੈਪਸ਼ਨ ਦੇ ਵਿੱਚ ਬੜੀ ਮਾੜੀ ਗੱਲ ਆਂਦੀ ਹੈਗੀ ਹੈ ਕਿ ਇੱਕ ਟੈਂਟਡ ਵਜ਼ੀਰ ਨੂੰ ਦੁਬਾਰਾ ਆਪਾਂ ਲਾ ਦਿੱਤਾ। ਹਾਲਾਂਕਿ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸੁਖਪਾਲ ਖਹਿਰਾ ਦੇ ਸਮੇਤ 6 ਵਿਧਾਇਕਾਂ ਨੇ ਰਾਣਾ ਗੁਰਜੀਤ ਨੂੰ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਇਸ ਦੀ ਖਿਲਾਫਤ ਕੀਤੀ। ਸਿੱਧੂ ਨੂੰ ਲਿਖੀ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ, ਅਸੀਂ ਬਤੌਰ ਵਿਧਾਇਕ ਅਤੇ ਦੁਆਬੇ ਦੇ ਲੀਡਰ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਕਰਕੇ ਲੋਕਾਂ ਵਿੱਚ ਫੈਲੇ ਰੋਸ ਨੂੰ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਰਾਣਾ ਗੁਰਜੀਤ ਨੂੰ ਮਾਈਨਿੰਗ ਘੁਟਾਲੇ ਕਰਕੇ 2018 ਦੇ ਵਿੱਚੋਂ ਕੈਬਨਿਟ ਦੇ ਵਿੱਚੋਂ ਹਟਾਇਆ ਗਿਆ ਸੀ। ਪੰਜਾਬ ਸਰਕਾਰ ਨੇ 3 ਖੱਡਾਂ ਦੀ ਨਿਲਾਮੀ ਸਮੇਂ ਰਾਣਾ ਗੁਰਜੀਤ ਦੀ ਕੰਪਨੀ ਨੂੰ 25 ਕਰੋੜ ਰੁਪਏ ਦੀ ਦੇਣਦਾਰੀ ਦਾ ਪਰਦਾਫਾਸ਼ ਕੀਤਾ ਸੀ। ਅਸੀਂ ਹੈਰਾਨ ਹਾਂ ਕਿ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਉਪਰੋਕਤ ਦੋਸ਼ਾਂ ਦੇ ਕਾਰਨ ਜਨਵਰੀ 2018 ਦੇ ਵਿੱਚ ਹਟਾ ਦਿੱਤਾ ਗਿਆ ਸੀ। ਕਿਸੇ ਅਦਾਲਤ ਜਾਂ ਸਰਕਾਰ ਤੋਂ ਉਹਨਾਂ ਨੂੰ ਕੋਈ ਕਲੀਨ ਚਿੱਟ ਵੀ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਹੈਰਾਨੀ ਦੀ ਗੱਲ ਇਹ ਹੈ ਕਿ ਦੁਆਬੇ ਤੋਂ ਜਿਹੜੇ 3 ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ 2 ਜੱਟ ਸਿੱਖ ਅਤੇ ਇੱਕ OBC ਸਿੱਖ ਹੈ, ਜਦਕਿ ਇਸ ਇਲਾਕੇ ਵਿੱਚ 30% ਆਬਾਦੀ ਅਨੁਸੂਚਿਤ ਜਾਤੀ ਦੀ ਹੈ। ਇਸ ਲਈ ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਣਾ ਗੁਰਜੀਤ ਦਾ ਨਾਂ ਤੁਰੰਤ ਪ੍ਰਭਾਵ ਦੇ ਨਾਲ ਹਟਾ ਕੇ ਉਹਨਾਂ ਦੀ ਥਾਂ ਕਿਸੇ ਬੇਦਾਗ ਅਨੁਸੂਚਿਤ ਚਿਹਰੇ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇ। ਇਹ ਚਿੱਠੀ ਲਿਖਣ ਵਾਲੇ ਨਵਤੇਜ ਸਿੰਘ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਬਾ ਹੈਨਰੀ, ਡਾਕਟਰ ਰਾਜਕੁਮਾਰ ਚੱਬੇਵਾਲ, ਪਵਨ ਆਦੀਆ ਤੇ ਸੁਖਪਾਲ ਸਿੰਘ ਖਹਿਰਾ ਸਨ। ਇਹ ਸਾਰੇ ਵਿਧਾਇਕ ਇੱਥੇ ਨਹੀਂ ਰੁਕੇ, ਬਲਕਿ ਪਟਿਆਲਾ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਅਤੇ ਪੂਰਾ ਮਸਲਾ ਉਹਨਾਂ ਦੇ ਸਾਹਮਣੇ ਰੱਖਿਆ। ਬਹੁਤ ਜ਼ਿਆਦਾ ਲੋਕਾਂ 'ਚ ਰਿਜ਼ੈਂਟਮੈਂਟ ਆ। ਸਾਡੇ ਕਾਂਗਰਸ ਦੇ ਵਰਕਰਾਂ 'ਚ, ਕੇਡਰ 'ਚ, ਲੀਡਰਸ਼ਿਪ 'ਚ, MLAs 'ਚ ਇਹ ਇੱਥੋਂ ਤੱਕ ਰਿਜ਼ੈਂਟਮੈਂਟ ਆ ਕਿ ਲੋਕ ਕਹਿੰਦੇ ਨੇ ਕਿ ਇਹ ਪਾਰਟੀ ਨੂੰ ਦਿੱਲੀ ਤੱਕ ਤੁਸੀਂ ਸਾਡੀ ਗੱਲ ਪਹੁੰਚਾਓ। ਸੋ ਪਾਰਟੀ ਨੂੰ ਪਹੁੰਚਾਉਣ ਵਾਸਤੇ ਮਾਧਿਅਮ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਘਰ ਅਸੀਂ ਆਏ ਆ, ਉਹਨਾਂ ਨੇ ਸਾਡੀ ਗੱਲ ਅੱਛੀ ਤਰ੍ਹਾਂ ਸੁਣੀ ਆ ਔਰ ਸਾਨੂੰ ਉਮੀਦ ਹੈ ਕਿ ਸਾਡੇ ਜਜ਼ਬਾਤਾਂ ਦੀ ਉਹ ਕਦਰ ਕਰਨਗੇ। ਆਪਾਂ ਲੋਕਾਂ ਇਲੈਕਸ਼ਨ 'ਚ ਜਾਣਾ ਆ, ਇਲੈਕਸ਼ਨ ਦੇ ਵਿੱਚ ਕਿੱਦਾਂ ਜਾਵਾਂਗੇ, ਪ੍ਰਧਾਨ ਜੀ ਨੂੰ ਸਾਰੀ ਜਿਹੜੀ ਗੱਲ ਦੱਸੀ, ਸਾਰੇ MLA ਸਾਹਿਬਾਨਾਂ ਨੂੰ ਬਗਾਵਤ ਵੀ ਹੋ ਸਕਦੀ ਹੈ ਅਗਰ ਨਾਰਾਜ਼ਗੀ ਕਿਉਂਕਿ ਇੰਨੀ ਜ਼ਿਆਦਾ ਵੱਧ ਗਈ, ਕਿਉਂਕਿ ਤੁਸੀਂ ਜਾਣਾ ਔਰ ਬਗਾਵਤ ਵੀ ਹੋ ਸਕਦੀ ਹੈ। ਬਿਲਕੁਲ ਜੀ, ਸਭ ਕੁਝ ਵੀ ਹੋ ਸਕਦਾ। ਇਹ ਤੇ ਹੁਣ ਤੁਸੀਂ ਟਾਈਮ ਆਉਣ ਦਿਓ। ਰੇਤ ਮਾਈਨਿੰਗ ਦੇ ਵਿੱਚ ਰਾਣਾ ਦਾ ਨਾਮ ਆਉਣ ਤੇ ਉਹਨਾਂ ਨੂੰ ਕੈਪਟਨ ਸਰਕਾਰ ਚੋਂ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਹੁਣ ਖਹਿਰਾ ਨੇ ਇੱਕ ਵਾਰ ਫਿਰ ਤੋਂ ਰਾਣਾ ਗੁਰਜੀਤ ਅਤੇ ਕਾਂਗਰਸ ਹਾਈ ਕਮਾਨ ਦੇ ਸਾਹਮਣੇ ਰਾਣਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਹਾਲਾਂਕਿ ਇਸ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਕੈਬਨਿਟ ਦੇ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਨੇ। ਇੱਕ ਸਿਧਾਂਤਕ ਗੱਲ ਹੈ ਕਿ ਕਾਂਗਰਸ ਪਾਰਟੀ ਇਲੈਕਸ਼ਨ ਲੜਨ ਜਾ ਰਹੀ ਹੈ। ਕੈਬਨਿਟ ਨੂੰ ਇਸ ਲਈ ਦੁਬਾਰਾ ਰੀਸ਼ਫਲ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਕਿ 5 ਬੰਦੇ ਜਿਹੜੇ ਨੇ ਇਹਨਾਂ ਤੇ ਕੁਝ ਇਲਜ਼ਾਮ ਨੇ ਜਾਂ ਇਹ ਇਨਕੰਪੀਟੈਂਟ ਨੇ ਤੇ ਆਪਾਂ ਚੰਗੇ ਬੰਦੇ ਲੱਭਣ ਵਾਸਤੇ ਕੈਬਨਿਟ ਐਕਸਪੈਂਸ਼ਨ ਕਰ ਰਹੇ ਤੇ ਤੁਸੀਂ ਜੇ ਉਹਨਾਂ ਤੋਂ ਵੀ ਬਹੁਤ ਕਈ ਗੁਣਾ ਜ਼ਿਆਦਾ ਡੇਂਜਰਸ ਸਟਾਰਟਲਿੰਗ ਐਲੀਗੇਸ਼ਨਸ ਜਿਹੜੇ ਲੋਕ ਆ ਜਿਹੜੇ ਔਨ ਰਿਕਾਰਡ ਆ, ਇਦਾਂ ਦੇ ਬੰਦਿਆਂ ਨੂੰ ਮਿਨਿਸਟਰ ਬਣਾਓਗੇ ਤਾਂ ਪਾਰਟੀ ਦਾ ਅਕਸ ਫਿਰ ਅਵਸ਼ ਨੀਚੇ ਜਾਵੇਗਾ। ਅਗਰ ਰਾਣਾ ਗੁਰਜੀਤ ਨੂੰ ਬਣਾਇਆ ਜਾਂਦਾ ਹੈ, ਰਾਣਾ ਗੁਰਜੀਤ ਦਾ ਸਾਡੇ ਨਾਲ ਕੋਈ ਪਰਸਨਲ ਇਸ਼ੂ ਨਹੀਂਗਾ। ਅੱਜ ਸਾਰੇ ਦੁਆਬੇ ਦੇ MLA ਇਸ ਕਰਕੇ ਕਹਿ ਰਹੇ ਨੇ ਕਿ ਸਾਨੂੰ ਇਲੈਕਸ਼ਨ ਵਿੱਚ ਇਤਰਾਜ਼ ਆਵੇਗਾ, ਲੋਕਾਂ ਨੇ ਸ਼ੋਰ ਮਚਾਉਣਾ ਵਾ ਕਿ ਤੁਸੀਂ ਆਹੀ ਮਾਫੀਆ ਲਿਆਂਦਾ। ਤੁਸੀਂ ਦੂਜਿਆਂ ਨੂੰ ਕਹਿੰਦੇ ਆ ਕਿ ਮਾਫੀਆ ਰਾਜ ਕਰਦੇ ਸੀ ਕਿ ਤੁਸੀਂ ਇਹੀ ਮਾਫੀਆ ਨੂੰ ਸਾਡੀ ਅਦਾਲਤ ਵਿੱਚ ਪੇਸ਼ ਕਰਤਾ। ਇਹਨਾਂ ਵਿਧਾਇਕਾਂ ਵੱਲੋਂ ਰਾਣਾ ਗੁਰਜੀਤ ਦੇ ਵਿਰੋਧ ਤੋਂ ਬਾਅਦ ਦੁਆਬਾ ਦੀ ਕਾਂਗਰਸ ਦੇ ਵਿੱਚ ਖੇਮੇਬਾਜ਼ੀ ਸ਼ੁਰੂ ਹੋ ਗਈ ਹੈ। ਕਾਬਿਲੇ ਗੌਰ ਹੈ ਕਿ ਰਾਣਾ ਗੁਰਜੀਤ ਉਸ ਵਕਤ ਚਰਚਾ ਵਿੱਚ ਆਏ ਸਨ ਜਦੋਂ ਨੇਪਾਲੀ ਮੂਲ ਦੇ ਉਹਨਾਂ ਦੇ ਰਸੋਈਏ ਨੂੰ 26.51 ਕਰੋੜ ਰੁਪਏ ਦਾ ਮਾਈਨਿੰਗ ਦਾ ਠੇਕਾ ਮਿਲਿਆ ਸੀ। ਇਸ ਦੇ ਇਲਾਵਾ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਕੈਪਟਨ ਜੀ ਰੰਧਾਵਾ ਨੂੰ ਵੀ ਕਰੋੜਾਂ ਰੁਪਏ ਦੇ ਮਾਈਨਿੰਗ ਦੇ ਠੇਕੇ ਮਿਲੇ ਸਨ। ਰਾਣਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੇ ਰਸੋਈਏ ਦੇ ਨਾਮ ਤੇ ਇੱਕ ਕੰਪਨੀ ਬਣਾਈ ਅਤੇ ਉਸੇ ਵਿੱਚ ਉਹਨਾਂ ਦੇ ਹੀ ਵਿਭਾਗ ਦੇ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਵਾਲੇ ਇੱਕ ਠੇਕੇਦਾਰ ਤੋਂ 5 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ। ਇਸ ਦੇ ਇਲਾਵਾ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਕੰਪਨੀਆਂ ਰਾਣਾ ਸ਼ੂਗਰਸ ਲਿਮਟਿਡ ਤੇ ਵਿਦੇਸ਼ਾਂ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ 100 ਕਰੋੜ ਰੁਪਏ ਜਟਾਉਣ ਅਤੇ ਫਿਰ ਉਸ ਪੈਸੇ ਨੂੰ ਇੱਕ ਵਿਦੇਸ਼ੀ ਬੈਂਕ ਦੇ ਵਿੱਚ ਰੱਖਣ ਦੇ ਵੀ ਇਲਜ਼ਾਮ ਲੱਗੇ ਨੇ। ਪਟਿਆਲਾ ਤੋਂ ਪੰਕਜ ਕਪਾਹੀ, ਨਿਊਜ਼ 18। 30 ਸਾਲ ਮੈਂ ਆਪਣੀ ਜਵਾਨੀ ਦੇ ਦੇਖੇ ਲਾ ਇਸ ਪਾਰਟੀ ਵਾਸਤੇ। ਦੂਜੀ ਗੱਲ
ਸੀਵਰੇਜ ਇਨਕੁਆਰੀ ਮੈਂ ਚੱਲੀ 4.5 ਘੰਟੇ ਮੈਨੂੰ ਟੌਰਚਰ ਕੀਤਾ ਗਿਆ ਕਿਉਂਕਿ ਭਾਟ ਹੋਇਆ ਵੇਲੇ ਇਸ ਕਰਕੇ ਅੱਜ ਮੈਂ ਇਨਸਾਫ ਮੰਗਦਾ, ਮੈਨੂੰ ਇਨਸਾਫ ਦੇਣ, ਮੇਰਾ ਕਸੂਰ ਛੋੜ ਦਿਓ। ਪੰਜਾਬ 'ਚ ਤਖਤਾ ਪਲਟਿਆ ਤਾਂ ਕੈਬਨਿਟ ਤੋਂ ਕਈ ਪੁਰਾਣੇ ਚਿਹਰੇ ਗਾਇਬ ਹੋ ਗਏ। ਕੈਪਟਨ ਕੈਬਨਿਟ ਦੇ ਵਿੱਚ ਸਿਹਤ ਮੰਤਰੀ ਰਹੇ ਬਲਬੀਰ ਸਿੱਧੂ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਨੂੰ ਕੈਬਨਿਟ ਤੋਂ ਆਊਟ ਕਰ ਦਿੱਤਾ। ਕੈਬਨਿਟ ਤੋਂ ਬਾਹਰ ਹੋਣ ਤੇ ਬਲਬੀਰ ਸਿੱਧੂ ਦਾ ਦਰਦ ਵੀ ਚਲ ਗਿਆ। ਮੈਂ ਸਿਰਫ ਆਪਣੀ ਹਾਈ ਕਮਾਂਡ ਨੂੰ, ਹਾਈ ਕਮਾਂਡ ਮਾਂ ਵਰਗਾ ਰੋਲ ਪਲੇ ਕਰਦੀ ਹੈ, ਇਹ ਪੁੱਛਣਾ ਚਾਹੁੰਦੇ ਆ ਵੀ ਮੇਰਾ ਕੀ ਕਸੂਰ ਸੀ ਕਿ ਜਿਹੜਾ ਮੈਨੂੰ ਇਸ ਮਿਨਿਸਟਰ ਤੋਂ ਬਾਹਰ ਕੀਤਾ ਗਿਆ। ਆ ਮੇਰਾ ਕੁਐਸਚਨ ਹੈ, ਜੇ ਕੋਈ ਹੈ ਜਿਹੜਾ ਕਿਉਂ ਹੈ ਤਾਂ ਉਹ ਮੈਨੂੰ ਦੱਸ ਦਿੱਤਾ ਜਾਵੇ। ਭਾਵੁਕ ਹੁੰਦੇ ਹੋਏ ਬਲਬੀਰ ਸਿੱਧੂ ਨੇ ਹਾਈ ਕਮਾਂਡ ਨੂੰ ਸਿਰਫ ਇੱਕ ਸਵਾਲ ਕੀਤਾ ਹੈ ਕਿ ਉਹਨਾਂ ਦਾ ਕਸੂਰ ਕੀ ਹੈ। ਫਾਂਸੀ ਦੇਣ ਤੋਂ ਪਹਿਲਾਂ ਵੀ ਆਖਰੀ ਇੱਛਾ ਪੁੱਛੀ ਜਾਂਦੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨ ਦੀ ਕੀ ਜ਼ਰੂਰਤ ਸੀ। ਕਿਸੇ ਬੰਦੇ ਨੂੰ ਫਾਂਸੀ ਸਜ਼ਾ ਦਿੱਤੀ ਜਾਂਦੀ ਹੈ, ਉਹਦੀ ਵੀ ਆਖਰੀ ਖੁਆਇਸ਼ ਪੁੱਛੀ ਜਾਂਦੀ ਹੈ। ਸਾਨੂੰ ਪੁੱਛ ਲੈਂਦੇ। ਮੈਨੂੰ ਇੱਕ ਗੱਲ ਹੋਰ ਸੁਣ ਲਓ, ਮੈਂ ਇਹ ਕਹਿਣਾ ਚਾਹੁੰਦਾ, ਜੇ ਸਾਨੂੰ 10 ਦਿਨ ਪਹਿਲਾਂ ਕਹਿੰਦੇ ਵੀ ਅਸੀਂ ਨਵੇਂ ਬੰਦੇ ਲਿਆਉਣੇ ਆ, ਵੀ ਤੁਸੀਂ ਰਿਜ਼ਾਈਨ ਕਰ ਦਿਓ, ਮੈਂ ਪਹਿਲਾ ਬੰਦਾ ਹੁੰਦਾ ਕਿ ਆਹ ਫੜੋ ਜੀ ਰਿਜ਼ਾਈਨ, ਮੈਨੂੰ ਕੋਈ ਇਤਰਾਜ਼ ਨਹੀਂ। ਸਿੱਧੀ ਜੀ ਗੱਲ ਆ, ਮੈਂ ਆਪਣਾ ਬਿਨਾਂ ਬੇਝਿਜਕ ਹੋ ਕੇ ਜਿਹੜੀ ਅੱਜ ਮੇਰੇ ਇਲਾਕੇ ਦੇ ਲੋਕਾਂ ਦੀ ਨਿਰਾਸ਼ਾ ਹੈਗੀ ਆ, ਮੈਨੂੰ ਉਹਦਾ ਦੁੱਖ ਹੈ। ਮੈਨੂੰ ਆਪਣੀ ਮਿਨਿਸਟਰੀ ਦਾ ਭੋਰਾ ਮਲਾਲ ਨਹੀਂ, ਮੈਨੂੰ ਭੋਰਾ ਦੁੱਖ ਨਹੀਂ। ਔਰ ਮੈਂ ਬਿਲਕੁਲ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਇੱਕ ਇਸ ਤਰ੍ਹਾਂ ਵੀ ਮੈਂ ਪਾਵਰ ਦਾ ਭੁੱਖਾ ਨਹੀਂ ਹਾਂ। ਜਦੋਂ ਮੈਂ ਪਾਵਰ 'ਚ ਨਹੀਂ ਵੀ ਸੀਗਾ, ਹੁਣ ਮਿਨਿਸਟਰ ਬਣਿਆ, ਮੈਂ ਪਿਛਲੇ 28 ਸਾਲ ਤੋਂ ਸੇਵਾ ਕਰਦਾ ਆ ਰਿਹਾ। ਦਰਦ ਝਲਕਿਆ ਤਾਂ ਉਹਨਾਂ ਨੇ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਵੀ ਗਿਣਵਾਈਆਂ। ਕਰੋਨਾ ਕਾਲ ਦੇ ਵਿੱਚ ਕਿਸ ਤਰ੍ਹਾਂ ਡਟੇ ਰਹੇ, ਜੋ ਜ਼ਿੰਮੇਵਾਰੀ ਦਿੱਤੀ ਗਈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ। ਬਾਵਜੂਦ ਇਸ ਦੇ ਉਹਨਾਂ ਨੂੰ ਬਾਹਰ ਕਿਉਂ ਕਰ ਦਿੱਤਾ, ਕੀ ਕਸੂਰ ਸੀ? ਸਾਡੇ 'ਚ ਕੋਈ ਕਮੀ ਪੇਸ਼ੀ ਦਿਸਦੀ ਸੀ, ਸਾਨੂੰ ਹਾਈ ਕਮਾਂਡ ਦਿੱਲੀ ਸੱਦ ਕੇ ਕਹਿ ਦਿੰਦੀ, ਅਸੀਂ ਖਿੜੇ ਮੱਥੇ ਆਪਦੇ ਅਸਤੀਫੇ ਦੇ ਕੇ ਆਉਂਦੇ। ਜਿੱਦੇ ਹਾਈ ਕਮਾਂਡ ਨੇ CLP ਦੀ ਮੀਟਿੰਗ ਰੱਖੀ, ਅਸੀਂ ਉਹਦੇ ਨਹੀਂ ਕਿਤੇ ਕੋਈ ਕਿਹਾ ਵੀ ਅਸੀਂ ਦਸਤਖਤ ਨਹੀਂ ਕਰਨੇ, ਅਧਿਕਾਰ ਦਿੱਤੇ ਅਸੀਂ ਖੁਸ਼ ਹੋ ਕੇ। ਜੋ ਅਸੀਂ ਕਹਿੰਦੇ ਹਾਈ ਕਮਾਂਡ ਆ ਲੈਣ ਵਾਲਾ ਹੈ, ਇੱਕ ਪਾਰਟੀ ਦੇ ਹੁਕਮ ਦੇ ਮੁਤਾਬਕ ਜੋ ਸਾਨੂੰ ਪਾਰਟੀ ਉੱਤੋਂ ਹੁਕਮ ਕਰਕੇ ਭੇਜਦੀ ਹੈ। ਕੋਈ ਅਸੀਂ ਕਿਸੇ ਹੋਰ ਪਾਰਟੀ ਦੇ ਮੁੱਖ ਮੰਤਰੀ ਦੇ ਨਾਲ ਤਾਂ ਕੋਈ ਗੱਲਾਂ ਨਹੀਂ ਕੀਤੀਆਂ, ਨਾ ਉਹਨਾਂ ਨਾਲ ਕੰਮ ਕੀਤਾ। ਜੇ ਅਸੀਂ ਵਫਾਦਾਰੀ ਨਾਲ ਆਪਦੀ ਪਾਰਟੀ ਦੇ ਮੁਖੀ ਨਾਲ ਜਿਹੜਾ ਉਹਨਾਂ ਨੇ ਸਾਨੂੰ ਦੇ ਦਿੱਤਾ, ਉਹਦੇ ਨਾਲ ਵਫਾਦਾਰੀ ਨਾਲ ਕੰਮ ਕੀਤਾ ਹੋਵੇ ਤੇ ਸਾਨੂੰ ਸਜ਼ਾ ਇਹ ਦਿੱਤੀ ਜਾਵੇ। ਬਲਬੀਰ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਹਾਈ ਕਮਾਂਡ ਦਾ ਹਰ ਫੈਸਲਾ ਮਨਜ਼ੂਰ ਹੈ। ਉਹ ਸੋਨੀਆ ਗਾਂਧੀ ਦੇ ਸਿਪਾਹੀ ਨੇ। ਬਸ ਇਸ ਸਵਾਲ ਦਾ ਜਵਾਬ ਚਾਹੀਦਾ ਹੈ ਕਿ ਆਖਰ ਮੇਰਾ ਕਸੂਰ ਕੀ ਸੀ, ਕਿਉਂ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ। ਦੱਸਦੇ ਕਿ ਬਲਬੀਰ ਸਿੱਧੂ ਨੇ ਹਾਈ ਕਮਾਂਡ ਨੂੰ ਇੱਕ ਪੱਤਰ ਲਿਖ ਕੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ।